ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਨ ਨਾ ਜਾਈ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਾਨੜਾ ਮਹੱਲਾ ਪੰਜਵਾ। ਐਸੀ ਕੌਣ ਵਿਧੇ ਦਰਸ਼ਨ ਪਰਸਨਾ, ਐਸੀ ਕੌਣ ਵਿਧੇ ਦਰਸ਼ਨ ਪਰਸਨਾ। ਰਹਾਉ ਆਸ ਪਿਆਸ ਸਫਲ ਮੂਰਤ, ਉਮੰਗ ਹਿਓ ਤਰਸਨਾ। ਦੀਨ ਲੀਨ ਪਿਆਸ ਮੀਨ, ਸੰਤ ਨਾ ਹਰ ਸੰਤ ਨਾ। ਹਰ ਸੰਤ ਨਾ ਕੀ ਰੇਨ, ਹਿਓ ਅਰਪ ਦੇਨ। ਪ੍ਰਭ ਭਏ ਹੈ ਕਿਰਪੇਨ, ਮਾਨ ਮੋਹ ਤਿਆਗ। ਛੋਡਿਓ ਤਉ ਨਾਨਕ ਹਰਿ ਜੀਉ ਭੇਟਣਾ। ਪ੍ਰਭ ਭਏ ਹੈ ਕਿਰਪੇਨ, ਮਾਨ ਮੋਹ ਤਿਆਗ। ਛੋਡਿਓ ਤਉ ਨਾਨਕ ਹਰਿ ਜੀਉ ਭੇਟਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮਾਂ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਧੰਤਾ ਯੋਗ ਹੋ ਜੋ ਬਹੁਤ ਹੀ ਪਿਆਰ ਭਾਵਨਾ ਸ਼ਰਧਾ ਅਦਬ ਨਾਲ ਗੁਰੂ ਹਜ਼ੂਰੀ ਅੰਦਰ ਜੁੜ ਬੈਠੇ ਹੋ। ਸਤਿਕਾਰਯੋਗ ਗੁਰੂ ਸਵਾਰਿਆਂ ਪਾਸੋਂ ਸੋਦਰ ਰਹਿਰਾਸ ਸਾਹਿਬ ਬਾਣੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਆਓ ਇਸ ਤੋਂ ਉਪਰੰਤ ਜੋ ਨਿੱਧਾਂ ਪ੍ਰਤੀ ਆਪਾਂ ਸਤਿਗੁਰਾਂ ਦੇ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ,
ਉਸੇ ਲੜੀ ਅਧੀਨ ਜੋ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਕਿਰਪਾ ਸਦਕਾ ਇਸ ਦੀ ਆਪਾਂ ਵਿਚਾਰ ਕਰਾਂਗੇ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਇਹ ਪਾਵਨ ਸ਼ਬਦ ਕਾਨੜਾ ਰਾਗ ਵਿੱਚ ਉਚਾਰਨ ਕੀਤਾ ਗਿਆ ਹੈ। ਸਤਿਗੁਰੂ ਦਤਾਰ ਪਿਤਾ ਜਿਸ ਪਾਵਨ ਸ਼ਬਦ ਵਿੱਚ ਇਹੀ ਮੂਲ ਭਾਵ ਦੱਸਦੇ ਨੇ ਕਿ ਜਿਸ ਜਗਿਆਸੂ ਦੇ ਹਿਰਦੇ ਅੰਦਰ ਇਹ ਉਮੰਗ, ਇਹ ਚਾਉ, ਇਹ ਵਲਵਲਾ ਪੈਦਾ ਹੋ ਜਾਂਦਾ ਹੈ ਕਿ ਉਹ ਪਰਮਾਤਮਾ ਪਰਮੇਸ਼ਵਰ ਦੀ ਦੀਦ ਦਾ ਤਾਂਗੀ ਬਣ ਜਾਂਦਾ ਹੈ, ਦੀਦ ਦਾ ਪਿਆਸਾ ਬਣ ਜਾਂਦਾ ਹੈ, ਤੇ ਉਸ ਪਰਮਾਤਮਾ ਦੀ ਝਲਕ ਪਾਉਣ ਵਾਸਤੇ ਉਹ ਪ੍ਰਭੂ ਦੇ ਪਿਆਰਿਆਂ ਦੇ ਚਰਨਾਂ ਵਿੱਚ, ਗੁਰੂ ਦੇ ਚਰਨਾਂ ਵਿੱਚ ਜਾ ਕਰਕੇ ਇਹ ਮੰਗ ਕਰਦਾ ਹੈ ਕਿ ਕੀ ਵਿਧੀ ਅਪਣਾਵਾਂ, ਕੀ ਜੁਗਤ ਅਪਣਾਵਾਂ ਕਿ ਜਿਸ ਨਾਲ ਮੈਨੂੰ ਉਸ ਸਾਈਂ ਦੇ ਪਿਆਰੇ ਦੇ ਦਰਸ਼ਨ ਹੋ ਜਾਣ। ਸੋ ਸਤਿਗੁਰੂ ਦਤਾਰ ਪਿਤਾ ਜੀ ਇਸ ਪਾਵਨ ਸ਼ਬਦ ਅੰਦਰ ਪੂਰਨ ਤੌਰ ਤੇ ਕੀ ਕਿਰਪਾ ਕਰਦੇ ਹਨ। ਗੁਰੂ ਕਿਰਪਾ ਸਦਕਾ ਆਪਾਂ ਵਾਚਨ ਦਾ ਯਤਨ ਕਰਾਂਗੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਨੜਾ ਮਹੱਲਾ ਪੰਜਵਾਂ। ਕਾਨੜਾ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ। ਐਸੀ ਕੌਣ ਵਿਧੇ ਦਰਸ਼ਨ ਪਰਸਨਾ। ਹੇ ਵਾਹਿਗੁਰੂ, ਹੇ ਕਿਰਪਾਲੂ ਸਤਿਗੁਰੂ ਜੀ, ਹੇ ਪ੍ਰਭੂ ਦੇ ਪਿਆਰਿਓ, ਮੈਨੂੰ ਉਹ ਵਿਧ ਦੱਸੋ, ਉਹ ਜੁਗਤ ਦੱਸੋ, ਤਰੀਕਾ ਦੱਸੋ ਕਿ ਉਹ ਕੀ ਢੰਗ ਹੈ ਜਿਸ ਢੰਗ ਦੇ ਨਾਲ ਦਰਸ਼ਨ ਪਰਸਨਾ, ਪ੍ਰਭੂ ਦੇ ਦਰਸ਼ਨ ਤੇ ਪ੍ਰਭੂ ਦੀ ਸਪਰਸ਼ਤਾ ਪ੍ਰਾਪਤ ਹੁੰਦੀ ਹੈ, ਪ੍ਰਭੂ ਦਾ ਮਿਲਾਪ ਹੁੰਦਾ ਹੈ, ਪਰਮੇਸ਼ਵਰ ਦੀ ਕਿਰਪਾ ਹੁੰਦੀ ਹੈ। ਐਸੀ ਕਿਹੜੀ ਵਿਧ ਹੈ? ਕਿਉਂਕਿ ਅਸੀਂ ਸਾਰੇ ਹੀ ਸਿਆਣੇ ਆ, ਜਗਤ ਸੰਸਾਰ ਦੇ ਅੰਦਰ ਕੁਝ ਵੀ ਪ੍ਰਾਪਤ ਕਰਨਾ ਹੈ ਤੇ ਉਹਦੇ ਲਈ ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਜੁਗਤ, ਕੋਈ ਬਲ, ਕੋਈ ਤਰੀਕਾ ਅਪਣਾਇਆ ਜਾਂਦਾ ਹੈ ਕਿ ਕਿਸੇ ਢੰਗ ਨਾਲ, ਕਿਸੇ ਜੁਗਤ ਦੇ ਨਾਲ ਕਿਸੇ ਵਸਤੂ ਨੂੰ ਪ੍ਰਾਪਤ ਕੀਤਾ ਜਾਂਦਾ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਬਾਬਤ ਦਤਾਰ ਜੀ ਕਹਿੰਦੇ ਵੀ ਪਰਮਾਤਮਾ ਨੂੰ ਮਿਲਣ ਦਾ, ਪਰਮੇਸ਼ਵਰ ਨੂੰ ਪ੍ਰਾਪਤ ਕਰਨ ਦਾ ਵੀ ਢੰਗ ਹੈ, ਜੁਗਤ ਹੈ। ਜਿਹਦੇ ਪਾਸ ਜੁਗਤ ਆ ਗਈ ਤੇ ਜੁਗਤ ਸਿਖਾਉਂਦਾ ਕੌਣ ਹੈ? ਗੁਰੂ। ਸਤਿਗੁਰੂ ਜੁਗਤ ਦਾ ਦਾਤਾ ਹੈ। ਗੁਰੂ ਆਪਣੀ ਮਿਹਰਾਮਤ, ਆਪਣੀ ਨਦਰੇ ਅਨਾਇਤ ਦੇ ਨਾਲ ਇਹ ਕਿਰਪਾ ਕਰਦਾ ਹੈ। ਸੋ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ, ਹੇ ਗੁਰੂ ਪਿਆਰਿਓ, ਮੈਨੂੰ ਵੀ ਦੱਸੋ ਐਸੀ ਕੌਣ ਵਿਧ ਹੈ। ਵਿਧੇ ਦਾ ਅਰਥ ਹੈ ਤਰੀਕਾ, ਢੰਗ। ਵੀ ਐਸੀ ਕਿਹੜੀ ਵਿਧੀ ਹੈ, ਐਸਾ ਕਿਹੜਾ ਢੰਗ ਹੈ ਜਿਸ ਦੇ ਨਾਲ ਮੈਂ ਉਸ ਪ੍ਰਭੂ ਦੇ ਚਰਨਾਂ ਨੂੰ ਛੂ ਲਵਾਂ, ਉਹਦੇ ਚਰਨਾਂ ਨੂੰ ਸਪਰਸ਼ ਕਰ ਲਵਾਂ, ਉਹ ਵਾਹਿਗੁਰੂ ਦਾ ਦੀਦਾਰ ਹੋ ਜਾਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਬੇਅੰਤ ਥਾਵਾਂ ਤੇ ਇਹ ਬੇਨਤੀ ਜਿਗਿਆਸੂ ਰੂਪ ਵਿੱਚ ਵੀ, ਜੀਵ ਰੂਪੀ ਇਸਤਰੀ ਦੇ ਰੂਪ ਵਿੱਚ ਵੀ ਕੀਤੀ ਹੈ ਕਿ ਮੇਰੇ ਪਾਸ ਤਾਂ ਕੋਈ ਐਸੀ ਸਮਰੱਥਾ, ਐਸਾ ਤਾਨ, ਐਸੀ ਜੁਗਤੀ ਨਹੀਂ। ਸਭ ਅਵਗਣ ਮੈਂ ਗੁਣ ਨਹੀਂ ਕੋਏ, ਕਿਉਂ ਕਰ ਕੰਤ ਮਿਲਾਵਾ ਹੋਏ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬੈਣ। ਵੀ ਜੀਵ ਰੂਪੀ ਇਸਤਰੀ ਦੇ ਰੂਪ ਵਿੱਚ ਵੀ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਮਾਲਕ ਨੂੰ ਮਿਲਣ ਦੇ ਲਈ ਜੇ ਗੁਣਾਂ ਦੀ ਲੋੜ ਹੈ ਤੇ ਮੇਰੇ ਪਾਸ ਗੁਣ ਵੀ ਕੋਈ ਨਹੀਂ। ਸਭ ਅਵਗਣ ਮੈਂ ਤੇ ਗੁਨਾਹਾਂ ਦੀ ਭਰੀ ਹਾਂ, ਜੀਵ ਇਸਤਰੀ ਕਹਿੰਦੀ, ਕੋਈ ਇੱਕ ਵੀ ਗੁਣ ਨਹੀਂ। ਨਾ ਕੁਲ ਢੰਗ ਨਾ ਮਿੱਠੇ ਬੈਣਾ, ਨਾ ਚੰਗੀ ਕੁਲ ਮੰਨੀ ਗਈ, ਨਾ ਮਿੱਠੇ ਬੋਲ ਮੇਰੇ ਪਾਸ ਨੇ, ਨਾ ਕਿਸੇ ਤਰ੍ਹਾਂ ਦੀ ਕੋਈ ਹੋਰ ਜੁਗਤ ਹੈ। ਕੀ ਕਰਾਂ ਕਿ ਜਿਸ ਦੇ ਨਾਲ ਉਸ ਪਰਮਾਤਮਾ ਸਾਈਂ ਪ੍ਰਭੂ ਦਾ ਮੈਨੂੰ ਮਿਲਾਪ ਹੋ ਜਾਏ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਸੋਹਣੀਆਂ, ਜਿੱਥੇ ਜਗਿਆਸੂ ਦੇ ਸਵਾਲ ਵੀ ਰੱਖੇ ਨੇ ਵੀ ਕਿਵੇਂ ਮਿਲਾਂ, ਕਿਵੇਂ ਪ੍ਰਾਪਤ ਕਰਾਂ, ਤੇ ਉੱਥੇ ਵਿਧ ਵੀ ਦੱਸੀ ਹੈ ਵੀ ਕਿਸ ਢੰਗ ਦੇ ਨਾਲ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੇ ਇੱਕ ਬੜਾ ਪਿਆਰਾ ਸ਼ਲੋਕ ਆਉਂਦਾ ਹੈ, ਉਹਦੇ ਵਿੱਚ ਵੀ ਸਤਿਗੁਰੂ ਜੀ ਪਹਿਲਾਂ ਹੀ ਸਵਾਲ ਹੀ ਰੱਖਦੇ ਨੇ, ਦੀਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ। ਕਹਿੰਦੇ ਉਸ ਪਰਮਾਤਮਾ ਬਾਬਤ ਇਹ ਜਾਣੀਦਾ ਹੈ। ਰੱਬ ਦੇ ਪਿਆਰੇ ਤਾਂ ਸਪਸ਼ਟ ਆਖਦੇ ਨੇ ਵੀ ਉਹ ਸਾਖਸ਼ਾਤ ਦਿਸਦਾ ਹੈ, ਸੁਣੀਦਾ ਹੈ, ਜਾਣਿਆ ਜਾਂਦਾ ਹੈ,
ਪਰ ਸਾਓ ਨਾ ਪਾਇਆ ਜਾਏ। ਮੈਨੂੰ ਕਿਉਂ ਨਹੀਂ ਉਹਦਾ ਰਸ ਆ ਰਿਹਾ, ਉਹਦਾ ਸਵਾਦ ਆ ਰਿਹਾ? ਦਿਸੈ ਸੁਣਿਆ ਜਾਣਿਆ ਸਾਓ ਨਾ ਪਾਇਆ ਜਾਏ, ਮੈਨੂੰ ਕਿਉਂ ਨਹੀਂ ਉਹਦੀ ਝਲਕ ਮਿਲਦੀ, ਮੈਨੂੰ ਕਿਉਂ ਨਹੀਂ ਉਹਦੀ ਗਲਵਕੜੀ ਮਿਲਦੀ? ਤੇ ਦਾਤਾ ਜੀ ਕਹਿੰਦੇ ਉਹਦਾ ਕਾਰਨ ਹੈ ਰੂਲਾ ਟੁੰਡਾ ਅੰਧੁਲਾ ਕਿਉਂ ਗਲ ਲੱਗੈ ਤਾਏ। ਕਿ ਜੇ ਜੀਵ ਵੇਖੋ ਨੇਤਰਾਂ ਤੋਂ ਹੀਣਾ ਹੋਵੇ, ਉਹਦੇ ਕੋਲ ਨਜ਼ਰ ਨਾ ਹੋਵੇ, ਉਹ ਆਪਣੇ ਪਿਆਰੇ ਨੂੰ ਦੇਖ ਨਹੀਂ ਸਕਦਾ। ਉਹਦੇ ਕੋਲ ਕਦਮ ਨਾ ਹੋਣ, ਲੂਲਾ ਹੋਵੇ, ਭਾਵ ਚਰਨਾਂ ਤੋਂ ਹੀਣਾ ਹੋਵੇ, ਤੇ ਉਹ ਜਾ ਆਪਣੇ ਮਾਲਕ ਦੇ ਦਰ ਤੇ ਜਾ ਨਹੀਂ ਸਕਦਾ, ਮੰਜ਼ਿਲ ਤੇ ਤੁਰ ਨਹੀਂ ਸਕਦਾ। ਜੇ ਟੁੰਡਾ ਹੋਵੇ, ਭਾਵ ਹੱਥਾਂ ਤੋਂ ਹੀਣਾ ਹੋਵੇ, ਬਾਹਾਂ ਤੋਂ ਹੀਣਾ ਹੋਵੇ, ਉਹ ਆਪਣੇ ਪਿਆਰੇ ਦੇ ਵਿੱਚ ਗਲਵਕੜੀ ਵਿੱਚ ਨਹੀਂ ਆ ਸਕਦਾ। ਮਾਲਕ ਨੂੰ ਮਿਲਣ ਦੇ ਇਹ ਵਿਧ ਦਸੀ ਸਤਿਗੁਰਾਂ ਨੇ ਵੀ ਨਾ ਤੇ ਸਾਡੇ ਕੋਲ ਨੇਤਰ ਨੇ, ਨਾ ਸਾਡੇ ਕੋਲ ਉਹ ਚਰਨ ਨੇ ਜਿਨ੍ਹਾਂ ਚਰਨਾਂ ਨਾਲ ਅਸੀਂ ਤੁਰ ਕੇ ਮਾਲਕ ਦੇ ਘਰ ਜਾਈਏ, ਨਾ ਸਾਡੇ ਕੋਲ ਉਹ ਹੱਥ ਬਾਹਾਂ ਨੇ ਗਲਵਕੜੀ ਵਾਸਤੇ। ਤੇ ਫਿਰ ਕੀ ਕੀਤਾ ਜਾਏ? ਸੁਣੀਦਾ ਤੇ ਹੈ, ਜਾਣੀਦਾ ਤੇ ਹੈ, ਪਰ ਸਾਨੂੰ ਉਹਦਾ ਅਨੁਭਵ ਸਵਾਦ ਕਿਵੇਂ ਆਏਗਾ? ਫਿਰ ਗੁਰੂ ਸਾਹਿਬ ਕਹਿੰਦੇ ਭਾਈ ਪਹਿਲਾਂ ਨੇਤਰਾਂ ਦੀ ਮੰਗ ਕਰ, ਪਹਿਲਾਂ ਹੱਥਾਂ ਪੈਰਾਂ ਦੀ ਮੰਗ ਕਰ ਕਿ ਹੇ ਮਾਲਕ ਮੈਨੂੰ ਉਹ ਨੇਤਰ ਦੇ ਜਿਨ੍ਹਾਂ ਨੇਤਰਾਂ ਨਾਲ ਮੈਂ ਤੈਨੂੰ ਵੇਖ ਸਕਾਂ, ਮੈਨੂੰ ਉਹ ਚਰਨ ਦੇ ਜਿਨ੍ਹਾਂ ਚਰਨਾਂ ਨਾਲ ਮੈਂ ਤੇਰੇ ਦਰ ਤੇ ਤੁਰ ਕੇ ਆ ਸਕਾਂ, ਮੈਨੂੰ ਉਹ ਹੱਥ ਮੁਬਾਰਕ ਬਖਸ਼ ਜਿਨ੍ਹਾਂ ਹੱਥਾਂ ਰਾਹੀਂ ਮੈਂ ਤੇਰੀ ਚਰਨ ਬੋਸੀ ਕਰ ਸਕਾਂ, ਤੈਨੂੰ ਗਲਵਕੜੀ ਪਾ ਸਕਾਂ। ਗੁਰੂ ਸਾਹਿਬ ਕਹਿੰਦੇ ਵੀ ਉਹ ਚੀਜ਼ਾਂ ਸਾਡੇ ਕੋਲ ਹੈ ਨਹੀਂ, ਤੇ ਫਿਰ ਮਾਲਕ ਦੀ ਪ੍ਰਾਪਤੀ ਕਿਵੇਂ ਹੋਵੇ? ਰੂਲਾ ਟੁੰਡਾ ਅੰਧੁਲਾ ਕਿਉਂ ਗਲ ਲੱਗੈ ਧਾਏ। ਤੇ ਫਿਰ ਗੁਰੂ ਸਾਹਿਬ ਨੇ ਅੱਗੇ ਦੱਸਿਆ ਵੀ ਕਿਹੜੇ ਨੇਤਰ ਹੋਣੇ ਚਾਹੀਦੇ ਨੇ, ਕਿਹੜੇ ਚਰਨ ਹੋਣੇ ਚਾਹੀਦੇ ਨੇ। ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਵ ਕੰਤ ਮਿਲਾਵਾ ਹੋਏ। ਕਹਿੰਦੇ ਭੈ ਕੇ ਚਰਨ, ਜੇ ਗੁਰੂ ਦੇ ਪ੍ਰਭੂ ਦੇ ਦੀਦਾਰ ਕਰਨੇ ਨੇ, ਸਭ ਤੋਂ ਪਹਿਲਾਂ ਉਹਦੇ ਭੈ ਵਿੱਚ ਰਹਿਣਾ ਪਏਗਾ। ਭਉ ਤੇ ਭਾਉ ਦੋ ਸ਼ਬਦ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਅੰਦਰ, ਤੇ ਦੋਵੇਂ ਇੱਕ ਦੂਜੇ ਦੇ ਬੜੇ ਨਜ਼ਦੀਕ ਨੇ। ਜੇ ਪ੍ਰਮਾਤਮਾ ਦਾ ਭਾਉ ਹੈ, ਪ੍ਰੇਮ ਹੈ ਪ੍ਰਭੂ ਨਾਲ, ਤੇ ਉਹਦਾ ਨਿਰਮਲ ਭਾਉ ਵੀ ਰਹੇਗਾ। ਜਗਤ ਸੰਸਾਰ ਦੇ ਅੰਦਰ ਜਦੋਂ ਵੀ ਕਿਸੇ ਨਾਲ ਸਨੇਹ ਪੈਂਦਾ ਹੈ, ਪ੍ਰੇਮ ਪੈਂਦਾ ਹੈ, ਤੇ ਸਦਾ ਪ੍ਰੇਮੀ ਆਪਣੇ ਪ੍ਰੇਮੀ ਦੇ ਨਿਰਮਲ ਭਾਉ ਵਿੱਚ ਰਹਿੰਦਾ ਹੈ, ਉਹਦੇ ਭਾਣੇ ਵਿੱਚ ਰਹਿੰਦਾ ਹੈ। ਜੇ ਭਾਉ ਨਹੀਂ ਤੇ ਪ੍ਰੇਮ ਜਿਹੜਾ ਹੈ ਉਹ ਬਹੁਤਾ ਚਿਰ ਨਿਭ ਨਹੀਂ ਸਕਦਾ। ਸੰਸਾਰ ਜਗਤ ਇਸ ਗੱਲ ਦੀ ਬਿਲਕੁਲ ਗਵਾਹੀ ਭਰਦਾ ਹੈ ਕਿ ਜੇ ਤੁਹਾਡੇ ਕੋਲ ਆਪਣਿਆਂ ਪ੍ਰਤੀ ਉਹ ਨਿਰਮਲ ਭਾਉ ਨਹੀਂ, ਭਾਉ ਤੋਂ ਬਿਨਾ ਤੁਸੀਂ ਭਾਉ ਵਿੱਚ ਬਹੁਤਾ ਸਮਾਂ ਰਹਿ ਨਹੀਂ ਸਕਦੇ। ਉਹ ਭਾਉ ਇੱਕ ਦਿਖਾਵਾ ਹੋਏਗਾ, ਇੱਕ ਸਮੇਂ ਦੀ ਮੰਗ ਹੋਏਗੀ, ਤੇ ਜਦੋਂ ਉਹ ਪੂਰਤ ਹੋ ਜਾਏਗੀ ਤੇ ਬੰਦਾ ਉਸ ਭਾਉ ਨੂੰ ਤਿਲਾਂਜਲੀ ਦੇ ਦਿੰਦਾ। ਪਰ ਜੇ ਭਾਉ ਬਣਿਆ ਰਹੇ, ਨਿਰਮਲ ਭਾਉ, ਦਹਿਸ਼ਤ ਵਾਲਾ ਭਾਉ ਨਹੀਂ ਕਿ ਕੋਈ ਉਹਨੂੰ ਡਰਾ ਸਕਦਾ, ਦਬਕਾ ਸਕਦਾ, ਐਸਾ ਭਾਉ ਨਹੀਂ, ਨਿਰਮਲ ਭਾਉ ਪਰਮਾਤਮਾ ਦਾ। ਗੁਰੂ ਸਾਹਿਬ ਕਹਿੰਦੇ ਵੀ ਜਦੋਂ ਤੇਰੇ ਅੰਦਰ ਇਹ ਭਾਉ ਪੈਦਾ ਹੋ ਗਿਆ ਨਾ, ਪਹਿਲਾਂ ਵੀ ਉਹ ਪਰਮਾਤਮਾ ਸਦ ਸੁਣਦਾ, ਸਦ ਵੇਖਦਾ, ਸਬਦੇ ਰਿਹਾ ਭਰਪੂਰ, ਕਿ ਉਹ ਸਭ ਕੁਝ ਸੁਣਦਾ, ਵੇਖਦਾ, ਜਾਣਦਾ ਹੈ। ਇਹ ਭਾਉ ਬਣਾਣਾ ਵੀ ਉਹ ਮੇਰੇ ਤੇ ਉੱਤੇ ਮੈਂ ਉਹਦੇ ਉੱਤੇ, ਪਰਮਾਤਮਾ ਦੀ ਨਜ਼ਰ ਹੈ ਮੇਰੇ ਉੱਤੇ, ਉਹ ਮੈਨੂੰ ਹਰ ਥਾਂ ਤੇ ਜਾਣਦਾ ਹੈ। ਭਾਉ ਕੇ ਚਰਨ, ਭੈ ਕੇ ਚਰਨ ਕਰ ਭਾਉ ਕੇ। ਫਿਰ ਕਹਿੰਦੇ ਕਰ ਦਾ ਅਰਥ ਹੁੰਦਾ ਹੱਥ, ਕਹਿੰਦੇ ਭਾਉ ਦੇ ਹੱਥ ਬਣਾ, ਪ੍ਰੇਮ ਕਰ ਉਹਦੇ। ਜਦੋਂ ਉਹਦੇ ਪ੍ਰਤੀ ਤੇਰੇ ਅੰਦਰ ਭਾਉ ਪੈਦਾ ਹੋ ਗਿਆ, ਸਮਝ ਲੈ ਤੂੰ ਉਹਦੇ ਦਰ ਤੇ ਤੁਰਨ ਲੱਗ ਗਿਆ, ਤੈਨੂੰ ਰਾਹ ਮਿਲ ਗਿਆ। ਮਾਲਕ ਪ੍ਰਭੂ ਦੇ ਦਰਸ਼ਨਾਂ ਦਾ ਰਾਹ ਹੀ ਉਦੋਂ ਬਣਦਾ ਹੈ ਜਦੋਂ ਪ੍ਰਭੂ ਦੇ ਪ੍ਰਤੀ ਭਾਉ ਪੈਦਾ ਹੋ ਜਾਏ, ਉਦੋਂ ਪਹਿਲਾਂ ਰਾਹ ਨਹੀਂ ਮਿਲਦਾ। ਜਿਹੜੇ ਅਸੀਂ ਧਾਰਮਿਕ ਸਥਾਨਾਂ ਦੇ ਰਾਹ ਬਣਾਏ ਨੇ, ਧਰਮ ਦੇ ਸਥਾਨਾਂ ਤੇ ਆਪਾਂ ਜਾਂਦੇ ਆ, ਗੁਰੂ ਸਾਹਿਬਾਨਾਂ ਦੇ ਧਾਰਮਿਕ ਸਥਾਨਾਂ ਦੇ ਦੀਦਾਰ ਦਰਸ਼ਨ ਕਰਦੇ ਆ, ਇਹ ਜੁਗਤ ਹੀ ਹੈ ਕਿ ਜਿਸ ਤਰ੍ਹਾਂ ਇਹ ਰਾਹ ਬਣਿਆ ਹੋਇਆ ਤੇ ਅਸੀਂ ਗੁਰੂ ਦੇ ਦਰ ਤੇ ਆਉਂਦੇ ਆ, ਇਸੇ ਤਰ੍ਹਾਂ ਉਹ ਦਰ ਵੀ ਐਸਾ ਹੈ, ਉਹ ਘਰ ਵੀ ਐਸਾ ਹੈ। ਉਹਦੇ ਲਈ ਪਹਿਲਾਂ ਆਪਣੇ ਆਪ ਨੂੰ ਭਾਉ ਵਿੱਚ ਰੱਖਣਾ ਪੈਂਦਾ ਹੈ। ਜਦੋਂ ਭਾਉ ਵਿੱਚ ਜੀਵ ਆ ਗਿਆ, ਭਾਉ ਵਿੱਚ ਜੀਵ ਆ ਗਿਆ, ਸਮਝ ਲਓ ਉਹਨੂੰ ਹੱਥ ਪੈਰ ਮਿਲ ਗਏ ਜਿਨ੍ਹਾਂ ਦੀ ਰਾਹੀਂ ਉਹ ਤੁਰ ਕੇ ਦੌੜ ਕੇ ਪ੍ਰਭੂ ਦੇ ਮਾਰਗ ਤੇ ਜਾ ਸਕਦਾ ਹੈ। ਭੈ ਕੇ ਚਰਨ ਕਰ ਭਾਉ ਕੇ ਲੋਇਨ ਸੁਰਤ ਕਰੇ। ਲੋਇਨ ਦਾ ਮਤਲਬ ਹੁੰਦਾ ਨੇਤਰ, ਅੱਖਾਂ। ਕਹਿੰਦੇ ਅੱਖਾਂ ਕਿਹੜੀਆਂ ਬਣਾਣੀਆਂ ਜਿਨ੍ਹਾਂ ਨਾਲ ਵਾਹਿਗੁਰੂ ਦੇ ਦਰਸ਼ਨ ਹੁੰਦੇ? ਕਹਿੰਦੇ ਆਪਣੇ ਸੁਰਤ ਦੀਆਂ ਅੱਖਾਂ ਬਣ। ਵੈਸੇ ਤਿੰਨੇ ਚੀਜ਼ਾਂ ਸੁਰਤ ਦੇ ਨਾਲ ਹੀ ਜੁੜੀਆਂ ਹੋਈਆਂ ਨੇ। ਭੈ ਵੀ ਸੁਰਤ ਤੋਂ ਬਿਨਾਂ ਨਹੀਂ, ਧਿਆਨ ਤੋਂ ਬਿਨਾਂ ਨਹੀਂ ਹੁੰਦਾ। ਜਦੋਂ ਸਾਡੇ ਧਿਆਨ ਵਿੱਚ ਉਹ ਰਹੇਗਾ ਤੇ ਉਹਦਾ ਭੈ ਰਹੇਗਾ, ਜਦੋਂ ਸਾਡੇ ਧਿਆਨ ਵਿੱਚ ਰਹੇਗਾ ਤੇ ਉਹਦਾ ਭਾਉ ਰਹੇਗਾ, ਜਦੋਂ ਸਾਡੀ ਸੁਰਤ ਵਿੱਚ ਰਹੇਗਾ ਤੇ ਉਹਦਾ ਦੀਦਾਰ ਵੀ ਹੋਏਗਾ।
ਉਹਦੀ ਝਲਕ ਵੀ ਮਿਲੇਗੀ। ਸੋ ਇਹ ਤਿੰਨੇ ਚੀਜ਼ਾਂ ਇੱਕੋ ਹੀ ਰੂਪ ਨੇ, ਪਰ ਸਮਝਣ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਸਮਝ ਲੈ, ਭੈ ਰੱਖੇਗਾ ਚਰਨ ਮਿਲ ਜਾਣਗੇ, ਭਾਉ ਰੱਖੇਗਾ ਕਰ ਮਿਲ ਜਾਣਗੇ, ਹੱਥ ਮਿਲ ਜਾਣਗੇ, ਤੇ ਸੁਰਤ ਵਿੱਚ ਰੱਖੇਗਾ, ਸਮਝ ਲਈ ਤੈਨੂੰ ਉਹ ਨੇਤਰ ਮਿਲ ਗਏ ਜਿਨ੍ਹਾਂ ਨਾਲ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਹ ਵਕੰਤ ਮਿਲਾਵਾ ਹੋਏ। ਗੁਰੂ ਸਾਹਿਬ ਕਹਿੰਦੇ ਇੱਕ ਜੀਵ ਰੂਪੀ ਇਸਤਰੀ, ਇੱਕ ਮਾਨੋ ਸੁਹਾਗਣ ਮਿਲੀ ਹੋਈ ਗੁਰਮੁਖ ਰੂਹ ਦੂਜੀ ਰੂਹ ਨੂੰ, ਜਗਿਆਸੂ ਰੂਹ ਨੂੰ ਦੱਸ ਰਹੀ ਹੈ ਵੀ ਹੇ ਜੀਵ ਇਸਤਰੀ, ਇਉਂ ਪ੍ਰਮਾਤਮਾ ਪਤੀ ਦਾ ਮਿਲਾਪ ਮਿਲਦਾ ਹੈ। ਪਰ ਜੇ ਤੂੰ ਹਾਰ ਸ਼ਿੰਗਾਰ ਬਾਹਰੀ ਕਰ ਲੈ, ਧਰਮ ਦਾ ਪਹਿਰਾਵਾ ਪਾ ਲਿਆ, ਤੇ ਲੋਕਾਂ ਨੂੰ ਭੁਲੇਖਾ ਪੈ ਸਕਦਾ ਵੀ ਇਹਨੂੰ ਰੱਬ ਦਾ ਪ੍ਰਭੂ ਦਾ ਮਿਲਾਪ ਹੋਇਆ। ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਵੀ ਇਸ ਤਰ੍ਹਾਂ ਕੱਲੇ ਪਹਿਰਾਵੇ ਪਾਣ ਦੇ ਨਾਲ, ਕੱਲਾ ਸ਼ਿੰਗਾਰ ਕਰਨ ਦੇ ਨਾਲ, ਇਹ ਤਾਂ ਉਹ ਸ਼ਿੰਗਾਰ ਜਿਹੜਾ ਹਉਮੈ ਦਾ ਭਰਿਆ ਹੋਇਆ, ਜਿਹੜਾ ਹਉਮੈ ਦੇ ਨਾਲ ਲਿਪਿਆ ਹੋਇਆ, ਹਉਮੈ ਵਿੱਚ ਹੈ, ਹਉਮੈ ਦੀ ਰੰਗਤ ਜਿਹਨੂੰ ਚੜੀ ਹੋਈ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਉਹ ਸ਼ਿੰਗਾਰ ਪਰਮਾਤਮਾ ਨੂੰ ਪ੍ਰਵਾਨ ਨਹੀਂ ਹੁੰਦਾ। ਪ੍ਰਭੂ ਕਿਸ ਸ਼ਿੰਗਾਰ ਵਾਲੀ ਸੁਹਾਗਣ ਇਸਤਰੀ ਨੂੰ ਦੀਦਾਰ ਦਿੰਦਾ ਹੈ? ਜਿਸ ਨੇ ਇਹ ਗੁਣਾਂ ਦਾ ਸ਼ਿੰਗਾਰ ਕੀਤਾ, ਜਿਸ ਨੇ ਲੋਇਨ ਸੁਰਤ ਕੀਤੀਆਂ, ਹੁਣ ਜਿਹਨੇ ਪੈਕੀਆਂ ਦੇ ਸਲਾਈਆਂ, ਨੈਣੀ ਭਾਉ ਕਾ ਕਰ ਸਿਗਾਰੋ, ਤਾ ਸੁਹਾਗਣ ਜਾਣੀਐ ਲਾਗੀ, ਜਾਂ ਸਹੁ ਧਰੈ ਪਿਆਰੋ। ਕਹਿੰਦੇ ਜਿਸ ਨੇ ਇਹ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਪੈਕੀਆਂ ਦੇ ਸਲਾਈਆਂ ਨੈਣੀ, ਕਿਤੇ ਨੈਣਾ ਵਿੱਚ ਭੈ ਦੀਆਂ ਸਲਾਈਆਂ ਪਾਣ, ਭਾਵ ਇਹ ਹੈ ਵੀ ਇਹ ਗੁਣ ਨੇ ਜਿਨ੍ਹਾਂ ਗੁਣਾਂ ਨਾਲ ਪ੍ਰਭੂ ਦੇ ਨਾਲ, ਗੁਰੂ ਨਾਲ ਨਜ਼ਦੀਕਤਾ ਬਣਦੀ ਹੈ। ਕਿਤੇ ਉਹਨਾਂ ਨੂੰ ਨੇਤਰਾਂ ਵਿੱਚ ਸੁਰਮਾ ਪਾਣ ਦੀ ਤਰ੍ਹਾਂ ਕਿਹਾ ਹੈ, ਕਿਤੇ ਉਹਨਾਂ ਨੂੰ ਹੱਥ ਪੈਰ ਦੀ ਤਰ੍ਹਾਂ ਕਿਹਾ ਹੈ। ਸਮਝਾਉਣ ਦਾ ਯਤਨ ਸਤਿਗੁਰਾਂ ਨੇ ਕੀਤਾ ਵੀ ਇਸ ਲਾਇਕ ਬੰਦਾ ਬਣ ਜਾਏ, ਇਸ ਯੋਗ ਬੰਦਾ ਤਾਂ ਹੋ ਸਕਦਾ ਹੈ ਜੇ ਉਹਦੇ ਅੰਦਰ ਪਹਿਲਾਂ ਭਾਉ ਤੇ ਪ੍ਰਭੂ ਪ੍ਰਤੀ ਧਿਆਨ ਕਰਨ ਦੀ ਤਾਕਤ ਆ ਜਾਂਦੀ ਹੈ, ਜਗਿਆਸਾ ਜਾਗ ਜਾਂਦੀ ਹੈ। ਸਮਝ ਲਓ ਉਹਨੂੰ ਉਹ ਵਿਧ ਮਿਲ ਗਈ, ਉਹ ਤਰੀਕਾ ਮਿਲ ਗਿਆ ਜਿਸ ਤਰੀਕੇ ਰਾਹੀਂ ਉਹ ਪਰਮਾਤਮਾ ਨੂੰ ਪਾ ਸਕਦਾ। ਫਿਰ ਉਹਦੇ ਅੰਦਰ ਚਾਹ ਪੈਦਾ ਹੋ, ਕਿਉ ਹੀਓ ਮਿਲਣ ਪ੍ਰਭ ਤਾਈ। ਕਹਿੰਦੇ ਫਿਰ ਪ੍ਰਮਾਤਮਾ ਨੂੰ ਮਿਲਣ ਦੇ ਲਈ ਉਹਦਾ ਹਿਰਦਾ ਉਤਾਵਲਾ ਹੁੰਦਾ। ਜਿੰਨਾ ਚਿਰ ਸਾਈਂ ਦਾ ਪਤਾ ਹੀ ਨਹੀਂ ਪਤਾ, ਉਹਦਾ ਨਾਮ, ਉਹਦਾ ਘਰ ਨਹੀਂ ਪਤਾ, ਉਹਨਾਂ ਚਿਰ ਉਹਦੇ ਪ੍ਰਤੀ ਤੰਗ ਨਹੀਂ ਪੈਦਾ ਹੋ ਸਕਦਾ। ਜਿਉਂ ਪਤਾ ਲੱਗਦਾ, ਗੁਰੂ ਸਾਹਿਬ ਕਹਿੰਦੇ ਫਿਰ ਕਿਉ ਹੀਓ ਮਿਲਣ ਪ੍ਰਭ ਚਾਈ, ਖੋਜਤ ਫਿਰ ਚਰਿਓ ਦੇਖੋ ਪ੍ਰਿਆ ਜਾਈ। ਕਹਿੰਦੇ ਫਿਰ ਉਹ ਜੀਵ ਰੂਪੀ ਇਸਤਰੀ ਜਿਹੜੀ ਹੈ ਆਪਣੀ ਸੁਰਤ ਦੇ ਮਾਰਗ ਤੇ ਤੁਰ ਕੇ ਖੋਜਦੀ ਹੈ ਵੀ ਮੈਂ ਆਪਣੇ ਪਰਮਾਤਮਾ, ਆਪਣੇ ਵਾਹਿਗੁਰੂ ਦੇ ਦੀਦਾਰ ਕਰ ਲਵਾਂ। ਤੇ ਗੁਰੂ ਕਿਰਪਾ ਸਦਕਾ ਇਸ ਯੋਗ ਵੀ ਬਣ ਜਾਂਦੀ ਹੈ ਕਿ ਉਹਨੂੰ ਆਪਣੇ ਮਾਲਕ ਦੇ, ਆਪਣੇ ਸਾਈਂ ਦੇ ਦੀਦਾਰ ਹੋ ਜਾਣ, ਕਿਉਂਕਿ ਗੁਰੂ ਵਿਚੋਲਾ ਹੈ। ਗੁਰੂ ਵਿੱਚ ਰਹਿ ਕਰਕੇ ਇਹ ਸਾਰੇ ਕਾਰਜ ਕਰਦਾ, ਉਹਦੇ ਔਗਣਾਂ ਨੂੰ ਮੇਟਦਾ ਹੈ, ਉਹਨੂੰ ਉਹ ਤਿਆਰ ਕਰਦਾ ਇਸ ਕਦਰ ਕਿ ਉਹ ਆਪਣੇ ਮਾਲਕ ਸਾਈਂ ਪਰਮਾਤਮਾ ਦੀ ਮਿਲਣੀ ਦੇ ਯੋਗ ਹੋ ਜਾਏ। ਇਸ ਕਰਕੇ ਗੁਰੂ ਦੀ ਲੋੜ, ਗੁਰੂ ਦੀ ਹਜ਼ੂਰੀ ਤਾਂ ਅਤ ਜ਼ਰੂਰੀ ਮੰਨੀ ਗਈ। ਸੋ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਕਿਰਪਾ ਕਰਦੇ, ਐਸੀ ਕੌਣ ਵਿਧੇ, ਐਸੀ ਕਿਹੜੀ ਵਿਧੀ ਹੈ ਕਿ ਜਿਸ ਵਿਧੀ ਨਾਲ ਤਰਿਆ ਜਾ ਸਕਦਾ, ਮਿਲਿਆ ਜਾ ਸਕਦਾ। ਉਹ ਵਿਧ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਮਝਾਈ ਕਿ ਭੈ ਤੇ ਭਾਉ ਤੇ ਪ੍ਰੇਮ ਦੇ ਨਾਲ ਉਹਦਾ ਧਿਆਨ ਰੱਖਣਾ, ਇਹ ਉਹ ਵਿਧ ਹੈ, ਤਰੀਕਾ ਹੈ ਜਿਹਦੇ ਨਾਲ ਮਾਲਕ ਦੇ ਦਰ ਤੇ ਜਾਇਆ ਜਾ ਸਕਦਾ, ਪਰਮਾਤਮਾ ਦੇ ਦਰ ਤੇ ਜਾਇਆ ਜਾ ਸਕਦਾ। ਉਸ ਨੂੰ ਆਪਣੇ ਧਿਆਨ ਵਿੱਚ ਹੀ ਰੱਖ, ਉਹਨੂੰ ਆਪਣੇ ਜਿਹਨ ਵਿੱਚ ਰੱਖ ਕੇ, ਜਿੰਨਾ ਚਿਰ ਉਹ ਸਾਡੇ ਧਿਆਨ ਵਿੱਚ ਨਹੀਂ, ਸਾਡੀ ਸੁਰਤ ਵਿੱਚ ਨਹੀਂ, ਉਹਨਾਂ ਚਿਰ ਉਹਦੇ ਮਾਰਗ ਤੇ ਨਹੀਂ ਤੁਰਿਆ ਜਾ ਸਕਦਾ। ਆਸ ਪਿਆਸ ਸਫਲ ਮੂਰਤ ਉਮਕ ਹੀਓ ਤਰਸਨਾ। ਕਹਿੰਦੇ ਜਦੋਂ ਪਰਮਾਤਮਾ ਪ੍ਰਤੀ ਇਹ ਆਸ ਜਾਗ ਜਾਏ, ਜੀਵ ਨੂੰ ਇਹ ਪਿਆਸ ਲੱਗ ਜਾਏ, ਪਿਆਸ ਜਿਵੇਂ ਪਾਣੀ ਦੀ ਪਿਆਸ ਲੱਗੀ ਹੋਵੇ, ਤੇ ਕਿਵੇਂ ਮਨੁੱਖ ਤਰਲੋ ਮੱਛੀ ਹੁੰਦਾ, ਜਿੰਨਾ ਚਿਰ ਉਹਨੂੰ ਪਾਣੀ ਨਾ ਮਿਲੇ ਉਨਾ ਚਿਰ ਉਹਨੂੰ ਹੋਰ ਕੋਈ ਚੀਜ਼, ਉਹਨੂੰ ਸੰਤੁਸ਼ਟੀ ਨਹੀਂ ਹੁੰਦੀ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਗਿਆਸੂ ਦੀ ਅਵਸਥਾ ਵੀ ਐਸੀ ਬਣ ਜਾਂਦੀ ਹੈ ਕਿ ਜਿਵੇਂ ਮਾਰੂਥਲ ਦੀ ਧਰਤੀ ਤੇ ਜਿਹੜਾ ਮ੍ਰਿਗ ਹੈ ਨਾ, ਉਹ ਜਿਹੜਾ ਹੈ ਦੌੜਦਾ ਹੈ, ਭੱਜਦਾ ਹੈ ਵੀ ਮੈਨੂੰ ਜਲ ਮਿਲੇ, ਪਾਣੀ ਮਿਲੇ। ਜਿਵੇਂ ਕਿਤੇ ਮਾਨੋ ਕਹਿੰਦੇ ਭਵਰਾ ਫੁੱਲਾਂ ਦੀ ਸੁਗੰਧੀ ਵਾਲੇ ਪਾਸੇ ਦੌੜਦਾ ਹੈ, ਹਿਰਨ ਘੰਡੇ ਹੇੜੇ ਦੀ ਆਵਾਜ਼ ਨਾਲ ਪ੍ਰੀਤ ਕਰਦਾ ਹੈ। ਕਹਿੰਦੇ ਇਸ ਤਰ੍ਹਾਂ ਪ੍ਰਭੂ ਦੇ ਪਿਆਰੇ ਦੀ ਪ੍ਰੀਤ ਪ੍ਰਭੂ ਦੇ ਨਾਮ ਨਾਲ ਪੈ ਜਾਂਦੀ ਹੈ, ਤੇ ਉਹੀ ਤਾਂਗ ਵਿੱਚ ਰੱਖਦਾ ਵੀ ਹੁਣ ਕਦੋਂ ਉਹ ਸਮਾਂ ਆਵੇ, ਕਦੋਂ ਉਹ ਵੇਲਾ ਆਵੇ, ਕਦੋਂ ਉਹ ਘੜੀ ਆਵੇ ਜਿਸ ਘੜੀ ਮੈਨੂੰ ਉਸ ਮਾਲਕ ਪਰਮਾਤਮਾ ਦੇ ਦੀਦਾਰ ਹੋ ਜਾਣ। ਹੁਣ ਤੇ 4 ਪਹਿਰ ਚਹੁ ਜੁਗਾ ਸਮਾਨੇ,
ਹੁਣ ਤੇ ਇੱਕ ਇੱਕ ਪੈਰ ਜਿਹੜਾ ਇੱਕ ਇੱਕ ਯੁੱਗ ਵਰਗਾ ਲੰਮਾ ਬਣ ਜਾਂਦਾ। ਸਿਆਣਿਆਂ ਨੇ ਬੜੀ ਪਿਆਰੀ ਵਾਰਤਾ ਕਹੀ ਹੈ ਕਿ ਜਿਹੜਾ ਵਿਛੋੜੇ ਦਾ ਸਮਾਂ ਹੁੰਦਾ ਨਾ, ਵਿਯੋਗ ਦਾ ਸਮਾਂ ਬਹੁਤ ਲੰਮਾ ਹੋ ਜਾਂਦਾ। ਹੁਣ ਸਮਾਂ ਤੇ ਸਮਾਂ ਹੀ ਹੈ, ਜਿਹੜਾ 1 ਘੰਟਾ 2 ਘੰਟਾ ਉਹ ਤੇ ਘੰਟਾ 60 ਮਿੰਟਾਂ ਦਾ ਹੀ ਹੈ। ਪਰ ਜਦੋਂ ਕੋਈ ਬੰਦਾ ਵਿਛੋੜੇ ਵਿੱਚ ਬੈਠਾ ਹੁੰਦਾ ਹੈ ਨਾ, ਪੀੜ ਵਿੱਚ ਬੈਠਾ ਹੁੰਦਾ, ਦੁੱਖ ਵਿੱਚ ਬੈਠਾ ਹੁੰਦਾ, ਉਹ ਸਾਰੀ ਰਾਤ ਏਡੀ ਲੰਮੀ ਹੋ ਜਾਂਦੀ ਹੈ, ਮੁੱਕਣ ਤੇ ਨਹੀਂ ਆਉਂਦੀ। ਇਉਂ ਲੱਗਦਾ ਪਤਾ ਨਹੀਂ ਕਿੱਡੀ ਕੁ ਲੰਮੀ ਰਾਤ ਹੋ ਗਈ। ਇਹ ਬਿਲਕੁਲ ਮਨੁੱਖ ਦੀ ਮਾਨਸਿਕਤਾ ਹੈ ਕਿ ਦੁੱਖ ਵਿੱਚ ਸਮਾਂ ਬਹੁਤ ਲੰਮਾ ਹੋ ਜਾਂਦਾ ਹੈ ਤੇ ਸੁੱਖ ਵਿੱਚ ਜਿਹੜਾ ਸਮਾਂ ਹੈ ਉਹ ਬਹੁਤ ਛੋਟਾ ਹੋ ਜਾਂਦਾ। ਡਾਕਟਰ ਮੁਹੰਮਦ ਇਕਬਾਲ ਉਰਦੂ ਦਾ ਬੜਾ ਪਿਆਰਾ ਸ਼ਾਇਰ, ਉਹਨੇ ਬਚਨ ਕੀਤੇ, ਇਹ ਲਿਖਿਆ ਉਹਨੇ ਕਿ ਜਿਹੜੇ ਮਹੀਨੇ ਵਸਲ ਦੇ ਹੁੰਦੇ ਨੇ, ਵਸਲ ਮਿਲਾਪ ਨੂੰ ਕਹਿੰਦੇ ਜਿਹੜੇ ਵਸਲ ਦੇ ਮਹੀਨੇ ਨੇ ਉਹ ਦਿਨਾਂ ਵਿੱਚ ਬਤੀਤ ਹੁੰਦੇ ਨੇ ਤੇ ਦੁੱਖਾਂ ਦੀਆਂ ਘੜੀਆਂ ਜਿਹੜੀਆਂ ਨੇ ਉਹ ਮਹੀਨਿਆਂ ਵਰਗੀਆਂ ਲੱਗਦੀਆਂ। ਹੁਣ ਘੜੀ ਜਿਹੜੀ ਛੋਟੀ ਹੁੰਦੀ ਹੈ, ਕਹਿੰਦੇ ਜਿਹੜੀ ਘੜੀ ਹੈ ਉਹ ਦੁੱਖ ਦੀ ਘੜੀ ਇਉਂ ਲੱਗਦੀ ਕਈ ਮਹੀਨੇ ਹੋ ਗਏ, ਸਾਡਾ ਦੁੱਖ ਨਹੀਂ ਗਿਆ, ਸਾਡਾ ਵਿਛੋੜਾ ਨਹੀਂ ਗਿਆ। ਤੇ ਜਿਹੜੇ ਮਿਲਾਪ ਦੇ ਦਿਨ ਨੇ, ਮਹੀਨੇ ਨੇ, ਉਹ ਵਸਲ ਦੇ ਮਹੀਨੇ ਵੀ ਜਿਹੜੇ ਨੇ ਇਉਂ ਪ੍ਰਤੀਤ ਹੁੰਦੇ ਨੇ ਜਿਵੇਂ ਘੜੀਆਂ ਹੀ ਹੋਈਆਂ ਨੇ। ਇਹ ਮਨੁੱਖੀ ਮਾਨਸਿਕਤਾ ਹੈ। ਸੋ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਵੀ ਜਿੰਨਾ ਚਿਰ ਉਹ ਵਿਛੋੜੇ ਵਿੱਚ ਰਹਿੰਦਾ ਜੀ, ਫਿਰ ਇਹ ਕਹਿੰਦਾ ਵੀ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤਾ, ਮੋਹ ਰਹਿ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀ। हे परमात्मा, ਹੁਣ ਤੇਰੇ ਦੀਦਾਰ ਤੋਂ ਬਿਨਾ ਜਿਹੜਾ ਜੀਵਨ ਹੈ ਨਾ ਉਹ ਬੇਅਰਥ ਹੀ ਲੱਗਦਾ। ਕਿੰਨੀ ਆਸ ਹੁੰਦੀ ਹੈ ਤੇ ਸਮਾਂ ਕਿੰਨਾ। ਬਾਬਾ ਫਰੀਦ ਜੀ ਦੇ ਕਦੀ ਵਚਨ ਪੜੋ, ਉਹ ਕਹਿੰਦੇ ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਹਿ ਕਾਗ, ਅਜਹਿ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਇੰਨਾ ਸਾਧਨਾ, ਇੰਨਾ ਇੰਤਜ਼ਾਰ, ਜਿਹੜਾ ਇੰਤਜ਼ਾਰ ਸਬਰ ਜਿਹੜਾ ਹੈ ਉਹ ਸਭ ਤੋਂ ਜ਼ਰੂਰੀ ਹੈ। ਬਾਬਾ ਕਬੀਰ ਜੀ ਨੇ ਵੀ ਬਚਨ ਕੀਤੇ ਨੇ, ਉਹ ਕਹਿੰਦੇ ਸਬਰ ਭਗਤ ਦਾ ਕੈਸਾ ਹੋਣਾ ਚਾਹੀਦਾ। ਇਹਦੇ ਜਿਵੇਂ ਕਿਸੇ ਕਾਮਣ ਦਾ ਕੰਤ ਪ੍ਰਦੇਸ਼ ਗਿਆ ਹੋਵੇ ਨਾ, ਕਈ ਸਾਲ ਬੀਤ ਜਾਣ ਉਹਨੂੰ ਉੱਥੇ ਰਹਿੰਦਿਆਂ ਨੂੰ, ਕਿਤੇ ਉਹਨੂੰ ਸੋਏ ਮਿਲੇ ਵੀ ਉਹ ਆ ਰਿਹਾ ਹੈ ਤੇ ਕਹਿੰਦੇ ਉਹ ਸਾਰਾ ਦਿਨ ਰਾਹ ਵੱਲ ਹੀ ਤੱਕਦੀ ਰਹਿੰਦੀ। ਸਾਰਾ ਦਿਨ ਉਹਦੀਆਂ ਅੱਖਾਂ ਰਸਤੇ ਤੇ ਗੱਡੀਆਂ ਰਹਿੰਦੀਆਂ, ਨਾ ਥੱਕਦੀ ਹੈ, ਨਾ ਅੱਕਦੀ ਹੈ, ਨਾ ਭੁੱਖ ਨਾ ਪਿਆਸ। ਬਨੇਰੇ ਤੇ ਆਉਂਦੇ ਕਾਵਾਂ ਨੂੰ ਉਡਾਉਂਦੀ ਰਹਿੰਦੀ ਹੈ ਤੇ ਕਦੋਂ ਸਾਈਂ ਆਵੇ, ਕਦੋਂ ਸਾਈਂ ਆਵੇ। ਕਹਿੰਦੇ ਭਗਤ ਦੀ ਅਵਸਥਾ ਵੀ ਐਸੀ ਹੁੰਦੀ। ਉਹਨਾਂ ਬਚਨ ਕੀਤੇ, ਕਹਿੰਦੇ ਪੰਥ ਨਿਹਾਰੈ ਕਾਮਣੀ, ਲੋਚਨ ਭਰੀ ਲੈ ਉਸਾਸਾ। ਪੰਥ ਕਹਿੰਦੇ ਰਾਹ ਨੂੰ, ਕਾਮਣੀ ਦਾ ਭਾਵ ਹੁੰਦਾ ਇਸਤਰੀ, ਪੰਥ ਨਿਹਾਰੈ, ਨਿਹਾਰੈ ਦਾ ਭਾਵ ਹੁੰਦਾ ਵੇਖਣਾ। ਕਹਿੰਦੇ ਇੱਕ ਔਰਤ ਆਪਣੇ ਪਤੀ ਦਾ ਜਿਵੇਂ ਰਾਹ ਵਹਿੰਦੀ ਹੈ ਨਾ, ਪੰਥ ਨਿਹਾਰੈ ਕਾਮਣੀ, ਲੋਚਨ ਭਰੀ ਲੈ ਉਸਾਸਾ। ਆਪਣੀਆਂ ਅੱਖਾਂ ਵਿੱਚ ਆਸ ਲੈ ਕੇ, ਉਰ ਨਾ ਭਿੱਜੈ ਪੱਗ ਨਾ ਖਿਸੈ, ਨਾ ਉਹਦਾ ਹਿਰਦਾ ਭਿੱਜਦਾ ਹੈ ਮਤਲਬ ਥੱਕਦਾ ਹੈ, ਨਾ ਉਹਦੇ ਪੈਰ ਥੱਕਦੇ ਨੇ। ਵੇਖੀ ਜਾਂਦੀ ਉਸ ਰਾਹ ਤੇ, ਔਰ ਰਾਹ ਤੇ ਹਰ ਦਰਸ਼ਨ ਕੀ ਆਸਾ। ਉਹਨੂੰ ਆਪਣੇ ਪਿਆਰੇ ਦੇ ਦਰਸ਼ਨਾਂ ਦੀ ਆਸ ਹੈ। ਉੱਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਗੁਰੂ ਸਾਹਿਬ ਕਹਿੰਦੇ ਉਹ ਉਡਾਉਂਦੀ ਹੈ ਕਾਗਾ ਨੂੰ, ਕਾਵਾਂ ਨੂੰ, ਵੀ ਮੈਨੂੰ ਛੇਤੀ ਤੋਂ ਛੇਤੀ ਮੇਰਾ ਪਿਆਰਾ ਮਿਲ ਜਾਏ। ਬੇਗ ਦਾ ਅਰਥ ਹੈ ਛੇਤੀ ਮਿਲ ਪੈਣਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਉਂ ਉਮੰਗ ਪੈਦਾ ਹੋ ਜਾਂਦੀ ਜਿਗਿਆਸੂ ਅੰਦਰ ਕਿ हे ਵਾਹਿਗੁਰੂ, ਆਸ ਪਿਆਸ ਸਫਲ ਮੂਰਤ, ਤੇਰੀ ਜਿਹੜੀ ਸੁੰਦਰ ਮੂਰਤ ਹੈ ਨਾ, ਸੋਹਣੀ ਮੂਰਤ ਹੈ, ਮੇਰੇ ਅੰਦਰ ਆਸ ਵੱਜ ਜਾਏ ਕਿ ਉਹ ਕਦੋਂ ਮੈਨੂੰ ਦੀਦਾਰ ਹੋਣਗੇ। ਦੀਨ ਲੀਨ ਪਿਆਸ ਮੀਨ, हे ਦੀਨਾਂ ਦੇ ਦਾਤੇ, ਮੈਂ ਤੇਰੇ ਵਿੱਚ ਇਉਂ ਲੀਨ ਹੋਣਾ ਚਾਹੁੰਦਾ ਜਿਵੇਂ ਮੀਨ ਮੱਛੀ ਜਿਹੜੀ ਉਹ ਪਾਣੀ ਵਿੱਚ ਲੀਨ ਰਹਿੰਦੀ ਹੈ। ਉਹਨੂੰ ਪਾਣੀ ਦੀ ਪਿਆਸ ਬੁੱਝਦੀ ਨਹੀਂ, ਪਾਣੀ ਵਿੱਚ ਹੀ ਰਹਿੰਦੀ ਹੈ, ਪਰ ਕਦੀ ਉਹਦੀ ਪਿਆਸ ਨਹੀਂ ਬੁੱਝਦੀ। ਇੱਕ ਦਿਨ ਵੀ ਪਾਣੀ ਚੋਂ ਇੱਕ ਛਿੰਨ ਵੀ ਬਾਹਰ ਕੱਢ ਦਿਓ ਤੇ ਉਹ ਫਿਰ ਉਸੇ ਤਰ੍ਹਾਂ ਮਰ ਜਾਂਦੀ ਹੈ। ਕਹਿੰਦੇ ਇੱਕ ਘੜੀ ਤਾਂ ਕੱਢ ਲੈ। ਪਰ ਗੁਰੂ ਸਾਹਿਬ ਕਹਿੰਦੇ ਜਿਵੇਂ ਜਲ ਕੀ ਪਿਆਸ ਨਾ ਜਾਏ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉਠੀ ਅਦਕਾਏ। ਪਾਣੀ ਵਿੱਚ ਰਹਿਣ ਵਾਲੀ ਦੀ ਵੀ ਕਦੀ ਪਿਆਸ ਨਹੀਂ ਬੁੱਝਦੀ। ਕਹਿੰਦੇ ਇਸੇ ਤਰ੍ਹਾਂ ਭਗਤ ਹੈ, ਉਹਦੀ ਕਦੀ ਪਿਆਸ ਨਹੀਂ ਬੁੱਝਦੀ। ਉਹ ਕਹੇ ਵੀ ਇੰਨਾ ਚਿਰ ਹੋ ਗਿਆ ਆਰਾਧਿਆਂ ਨੂੰ, ਜਪਦਿਆਂ ਨੂੰ, ਤੇ ਕੁਝ ਘੜੀ ਆਰਾਮ ਕਰ ਲਵਾਂ। ਕਹਿੰਦੇ ਨਾ, ਉਹ ਤੇ ਨਿਰੰਤਰ ਵਹਿੰਦੇ ਨੇ। ਕਦੀ ਦਰਿਆ ਰੁਕੇ ਨੇ, ਕਦੀ ਹਵਾਵਾਂ ਰੁਕੀਆਂ ਨੇ। ਕਹਿੰਦੇ ਇਸੇ ਤਰ੍ਹਾਂ ਜਗਿਆਸੂ ਜਿਹੜਾ ਹੈ, ਨਿਹ ਵਾਲੇ ਨੈਣਾ ਕੀ ਨੀਂਦਰੋ, ਦਿਨੇ ਰਾਤ ਪਏ ਵਹਿੰਦੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬਚਨ ਕੀਤੇ, ਕਹਿੰਦੇ ਉਹਨਾਂ ਨੂੰ ਨੀਂਦ ਹੀ ਨਹੀਂ ਪੈਂਦੀ, ਉਹਨਾਂ ਨੂੰ ਕਦੇ ਤਰ੍ਹਾਂ ਦਾ ਹੋਰ ਕਿਸੇ ਪਾਸੇ ਦਾ ਸਮਾਂ ਨਹੀਂ ਲੱਗਦਾ। ਉਹ ਦਿਨ ਰਾਤ ਇਸੇ ਵਲਵਲੇ ਵਿੱਚ ਰਹਿੰਦੇ ਨੇ, ਇਸੇ ਤਲਬ ਵਿੱਚ ਰਹਿੰਦੇ ਨੇ
कि सब सुहागन मानह रलियां, मैं देहो रात मुरारी। हे परमात्मा मैनू भी ਉਹ ਸਮਾਂ ਬਖਸ਼, ਉਹ ਘੜੀ ਬਖਸ਼। ਕਹਿੰਦੇ ਇਸੇ ਤਰ੍ਹਾਂ ਉਹ ਮੀਨ ਵਾਂਗੂ ਜਿਹੜੇ ਨੇ ਪਿਆਸੇ ਹੀ ਰਹਿੰਦੇ ਨੇ। ਹਰ ਸੰਤਨਾ ਕੀ ਰੇਨ, ਤੇ ਪ੍ਰਭੂ ਦੇ ਪਿਆਰਿਆਂ ਦੇ ਚਰਨਾਂ ਦੀ ਰੇਨ ਹੋ ਜਾਂਦੇ। ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਰੇਨ ਹੋ ਕੇ ਨਿਮਰਤਾ ਵਿੱਚ ਪੁਕਾਰਾ ਕਰਦੇ ਨੇ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂੰ ਬਕੂ ਸੁਭ ਰਸਨਾ, ਦੀਜੈ ਪ੍ਰਾਣ ਅਕੋਰ। ਮਿਲਣ ਦੀ ਤਾਂਘ ਕਿੰਨੀ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਮੈਨੂੰ ਯਾਦ ਆਇਆ ਵਾਰਾਂ ਦੇ ਵਧੀਕ ਚੋਂ। ਸਤਿਗੁਰੂ ਜੀ ਕਹਿੰਦੇ ਵੀ ਜਿਨ੍ਹਾਂ ਨੂੰ ਮਿਲਣ ਦੀ ਤਾਂਘ ਹੈ ਨਾ, ਉਹ ਕੀ ਕਰਦੇ ਨੇ, ਕੀ ਪੁਕਾਰਾਂ ਕਰਦੇ ਨੇ। ਕੀ ਕਹਿੰਦੇ, ਹੇ ਮਾਲਕ ਜੇ ਕਿਤੇ ਕੋਈ ਐਸੇ ਖੰਭ ਮਿਲਦੇ ਹੋਣ ਨਾ ਜਿਹੜੇ ਸਰੀਰ ਨੂੰ ਲਾ ਕੇ ਉੱਡ ਕੇ ਤੈਨੂੰ ਮਿਲਿਆ ਜਾਂਦਾ ਹੋਵੇ, ਤੇ ਉਹ ਖੰਭ ਮੈਂ ਖਰੀਦ ਲਵਾਂ, ਉਹਦੇ ਲਈ ਭਾਵੇਂ ਮੈਨੂੰ ਆਪਣੀ ਜਿੰਦ ਦੇਣੀ ਪਵੇ, ਮੈਨੂੰ ਆਪਣਾ ਸਾਰਾ ਕੁਝ ਲੁਟਾਉਣਾ ਪਏ। ਜੇ ਕਿਤੇ ਐਸੇ ਖੰਭ ਵਿਕਦੇ ਹੋਣ ਜਿਨ੍ਹਾਂ ਖੰਭਾਂ ਦੇ ਨਾਲ ਤੇਰੇ ਮਿਲਾਪ ਹੁੰਦਾ ਹੋਵੇ, ਉਹ ਮੈਂ ਖਰੀਦ ਲਵਾਂ। ਖੰਭ ਵਿਕੰਦੜੇ ਜੇ ਲਹਾਂ, ਕਿੰਨਾ ਸਾਵੀਂ ਤੋਲ। ਕਹਿੰਦੇ ਉਹਨਾਂ ਦੇ ਬਰਾਬਰ ਤੋਂ ਦੂਣਾ ਦੇ ਦਿਆਂ। ਸਾਵੇਂ ਦਾ ਅਰਥ ਤਾਂ ਜ਼ਿਆਦਾ। ਕਹਿੰਦੇ ਉਹਨਾਂ ਦੇ ਬਦਲੇ ਜਿੰਨੀ ਕੋਈ ਕੀਮਤ ਮੰਗੇ ਨਾ, ਉਦੋਂ ਦੂਣੀ ਦੇ ਦਿਆਂ। ਖੰਭ ਵਿਕੰਦੜੇ ਜੇ ਲਹਾਂ, ਕਿੰਨਾ ਸਾਵੀਂ ਤੋਲ। ਤਨ ਜੜਾਈ ਆਪਣੇ, ਲਹਾਂ ਸੋ ਸੱਜਣ ਟੋਲ। ਕਹਿੰਦੇ ਉਹ ਮੈਂ ਤਨ ਨਾਲ ਜੋੜ ਲਾਂ ਆਪਣੇ ਨਾਲ, ਤੇ ਆਪਣੇ ਸੱਜਣ ਨੂੰ ਲੱਭਣ ਤੁਰ ਜਾਵਾਂ। ਪੰਖੀ ਹੋਏ ਕੈ ਜੇ ਭਵਾਂ, ਸਹਿ ਅਸਮਾਨੀ ਜਾਉ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਉਹਨੂੰ ਪਾਇਆ ਜਾਣਾ ਬੜੀ ਔਖੀ ਗੱਲ ਹੈ। ਕਹਿੰਦੇ ਜੇ ਕੋਈ ਪੰਛੀ ਬਣ ਕੇ ਅਸਮਾਨਾਂ ਵਿੱਚ ਭਿੱਜੇ ਨਾ, ਉੱਡੇ। ਪੰਖੀ ਹੋਏ ਕੈ ਜੇ ਭਵਾਂ, ਸਹਿ ਅਸਮਾਨੀ ਜਾਉ। ਨਦਰੀ ਕਿਸੇ ਨਾ ਆਵੂੰ, ਨਾ ਕਿਛ ਪੀਉ ਨਾ ਖਾਉ। ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਕਿ ਹੇ ਮਨੁੱਖ ਤੇਰੀ ਆਪਣੀ ਔਕਾਤ ਨਾਲ ਕਦੀ ਉਹਦਾ ਮਿਲਾਪ ਨਹੀਂ ਹੋ ਸਕਦਾ। ਇਸ ਕਰਕੇ ਜਿਨ੍ਹਾਂ ਜਗਿਆਸੂਆਂ ਨੂੰ ਪਤਾ ਲੱਗ ਜਾਂਦਾ ਨਾ ਵੀ ਸਾਡੀ ਔਕਾਤ ਨਾਲ ਨਹੀਂ ਉਹਨੇ ਮਿਲਣਾ, ਉਹਨੇ ਤੇ ਪ੍ਰਭੂ ਦੇ ਪਿਆਰਿਆਂ ਦੀ ਕਿਰਪਾ ਨਾਲ ਮਿਲਣਾ। ਫਿਰ ਉਹ ਹਰ ਸੰਤਨਾ ਕੀ ਰੇਣ, ਉਹ ਪ੍ਰਭੂ ਦੇ ਪਿਆਰਿਆਂ ਦੀ ਸੰਤ ਰੇਣ ਹੋ ਜਾਂਦੇ, ਧੂੜੀ ਹੋ ਜਾਂਦੇ ਨੇ। ਕਿਉਂਕਿ ਇਹ ਸਭ ਤੋਂ ਵੱਡਾ ਪੁੰਨ ਹੈ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਉਹ ਰੱਬ ਦੇ ਪਿਆਰਿਆਂ ਅੱਗੇ ਡੰਡੌਤਾਂ ਕਰਦੇ ਨੇ, ਅੰਜੁਲੀਆਂ ਕਰਦੇ ਨੇ, ਅਰਦਾਸਾਂ ਕਰਦੇ ਨੇ ਕਿ ਮੈਨੂੰ ਉਸ ਮਾਲਕ ਵਾਹਿਗੁਰੂ ਦਾ ਕੋਈ ਜਨ ਜੋੜ ਦਵੇ, ਪਿਆਰ ਦੇ ਦਵੇ। ਮੈਂ ਆਪਣਾ ਸਰੀਰ ਵੀ ਭੇਟਾ ਕਰ ਦੇ। ਹਉ ਅਰਪ ਦੇਣ, ਮੈਂ ਆਪਣਾ ਆਪਾ ਅਰਪ ਦਿਆਂ ਉਹਨਾਂ ਨੂੰ। ਪ੍ਰਭ ਭਏ ਕਿਰਪੇਨ, ਜੇ ਪ੍ਰਭੂ ਪ੍ਰਸੰਨ ਹੋ ਜਾਏ, ਕਿਰਪਾਲੂ ਹੋ ਜਾਏ, ਦਿਆਲੂ ਹੋ ਜਾਏ। ਮਾਨ ਮੋਹ ਤਿਆਗ ਛੋੜਿਓ, ਤੇ ਜਿਨ੍ਹਾਂ ਨੇ ਇਸ ਢੰਗ ਦੇ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਲਈ ਮਾਨ ਮੋਹ ਤਿਆਗ ਦਿੱਤਾ, ਮੋਹ ਛੱਡ ਦਿੱਤਾ, ਦੁਬਦਾ ਤਿਆਗ ਦਿੱਤੀ, ਤਾਂ ਉਹ ਨਾਨਕ ਹਰ ਜੀਉ ਭੇਟਣਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਫਿਰ ਉਸ ਜੀਵ ਨੂੰ ਜਿਹੜੀ ਉਹਨੇ ਵਿਧ ਕਹੀ ਨਾ, ਤਰੀਕਾ ਕੀ ਹੈ ਮਿਲਣ ਦਾ, ਗੁਰੂ ਸਾਹਿਬ ਨੇ ਅਖੀਰ ਤਰੀਕਾ ਦੱਸ ਦਿੱਤਾ। ਮਾਨ ਮੋਹ ਤਿਆਗ ਛੋੜਿਓ, ਜਿਨ੍ਹਾਂ ਆਪਣਾ ਮਾਣ ਤਿਆਗਤਾ, ਹਉਮੈ ਤਿਆਗ ਦਿੱਤੀ, ਮੋਹ ਤਿਆਗ ਦਿੱਤਾ, ਇਹ ਛੱਡ ਦਿੱਤਾ, ਤਾਂ ਨਾਨਕ ਹਰ ਜੀਉ ਭੇਟਣਾ। ਤਾਂ ਐਸਾ ਜੀਵ ਜਿਹੜਾ ਹੈ, ਮਾਣ ਤੋਂ ਰਹਿਤ ਜਿਹੜਾ ਜੀਵ ਹੈ, ਹਉਮੈ ਤੋਂ ਰਹਿਤ ਜਿਹੜਾ ਜੀਵ ਹੋ ਜਾਂਦਾ ਹੈ, ਉਹ ਨਿਸ਼ਕਾਮ ਹੋ ਜਾਂਦਾ ਹੈ। ਨਿਸ਼ਕਾਮੀ ਜੀਵ ਨੂੰ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਮਿਲਣੀ ਤੇ ਉਹਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ। ਗੁਰੂ ਕਿਰਪਾ ਕਰਨ, ਸਾਨੂੰ ਵੀ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਵਾਜਨ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਪਿਆਰ ਸਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।